ਗੁਰੂ ਪਿਆਰਿਓ, ਅੱਜ ਆਪਾਂ ਸੱਜਣ ਠੱਗ ਦੀ ਜਿਹੜੀ ਪ੍ਰਸੰਗ ਹੈ ਉਹਦੇ ਬਾਰੇ ਗੱਲ ਕਰਾਂਗੇ। ਸੱਜਣ, ਮਿੱਤਰ, ਫਰੈਂਡ, ਕੰਪੈਨੀਅਨ, ਕਿੰਨਾ ਪਿਆਰਾ ਸ਼ਬਦ ਹੈ ਸੱਜਣ। ਗੁਰੂ ਪਿਆਰਿਓ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਿੰਨੀਆਂ ਵੀ ਘਟਨਾਵਾਂ ਘਟੀਆਂ ਨੇ ਉਹ ਸਾਡੇ ਲਈ ਇੱਕ ਸੰਦੇਸ਼ ਹੈ। ਜੀਵਨ ਦੇ ਵਿੱਚ ਜਾਂਚ ਸਿੱਖਣ ਦੇ ਲਈ, ਜੀਵਨ ਨੂੰ ਫੀਅਰਲੈਸ, ਐਨਮੀਲੈਸ, ਡਿਪਰੈਸ਼ਨਲੈਸ ਬਣਾਉਣ ਦੇ ਲਈ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਸਹਾਈ ਹੁੰਦੀਆਂ ਨੇ। ਇਨਸਾਨ ਦੇ ਅੰਦਰ ਬਹੁਤ ਖੁਸ਼ੀ ਹੈ, ਖਜ਼ਾਨਾ ਹੈਪੀਨੈਸ ਭਰਿਆ ਪਿਆ। ਅਸਲ 'ਚ ਚਾਂਸ ਆਫ ਲਾਈਫ ਹੈ ਜਿਹੜਾ ਮਿਲਿਆ ਹੀ ਇਸ ਕਰਕੇ ਹੈ ਕਿ ਦੁਨੀਆ ਦੇ ਵਿੱਚ ਖੁਸ਼ ਰਹੋ। ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਹਿਊਮਨ ਜਿਹੜੀ ਲਾਈਫ ਹੈ ਉਹਦੇ ਵਿੱਚ ਆਲਵੇਜ਼ ਟਰਾਈ ਟੂ ਸੈਲੀਬ੍ਰੇਟ ਹਿਜ਼ ਨੇਮ। ਹੋਰ ਤਾਂ ਜਿਹੜੀ ਖੁਸ਼ੀ ਹੈ ਸਾਰੇ ਪਾਸੇ ਅਧੂਰੀ ਹੈ। ਪਾਰਸ਼ਲ ਖੁਸ਼ੀ ਹੈ ਜਿਹੜੀ ਪਦਾਰਥ ਦੀ ਖੁਸ਼ੀ ਹੈ, ਜੋ ਵੀ ਮਾਇਆ ਦੀ ਖੁਸ਼ੀ ਹੈ। ਮਾਇਆ ਇਜ਼ ਕਾਂਟਰੈਕਟਰ। ਜਿਵੇਂ ਆਪਣੇ ਵਪਾਰੀ ਲੋਕ ਬਹੁਤੇ ਕੰਮ ਠੇਕੇ 'ਤੇ ਕਰਵਾਉਂਦੇ ਨੇ, ਬੜੀ ਸੌਖ ਹੈ। ਠੇਕੇਦਾਰ ਆਪੇ ਜ਼ਿੰਮੇਵਾਰ ਹੈ ਸਾਰੀਆਂ, ਜਿਵੇਂ ਦੁਨਿਆਵੀ ਵਪਾਰ ਦੇ ਵਿੱਚ ਪੇਰੋਲ ਹੈ, ਅਮਰੀਕਾ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਇਮੀਗ੍ਰੇਸ਼ਨ ਹੈ, ਅਤੇ ਉਹਦੇ ਵਿੱਚ ਕੁਛ ਪਰਸੈਂਟੇਜ ਉਹਨੂੰ ਦਲਾਲੀ ਦੀ ਮਿਲ ਜਾਂਦੀ ਹੈ, ਕਮਿਸ਼ਨ ਮਿਲ ਜਾਂਦਾ ਠੇਕੇਦਾਰ ਨੂੰ। ਪਰ ਜਿਹੜਾ ਮਾਲਕ ਹੈ ਉਹਨੂੰ ਬੜਾ ਸੁਖਾਲਾ ਹੋ ਜਾਂਦਾ ਹੈ ਕਿ ਆਪੇ ਟੱਕਰਾਂ ਮਾਰੀ ਜਾਊ ਅਤੇ ਆਪੇ ਪੇਰੋਲ ਟੈਕਸ ਦਊਗਾ, ਕੁਆਟਰਲੀ ਰਿਟਰਨਾਂ ਭਰੂਗਾ। ਇਸੇ ਤਰ੍ਹਾਂ ਅਕਾਲ ਪੁਰਖ ਨੇ ਬੜੀ ਸਿਆਣਪ ਦੇ ਨਾਲ ਮਾਇਆ ਨੂੰ ਠੇਕਾ ਦਿੱਤਾ ਹੋਇਆ ਕਿ ਤੈਂ ਦੁਨੀਆ ਦੇ ਵਿੱਚ ਇੱਕ ਲਸਟ, LUST, ਲਸਟ, ਤ੍ਰਿਸ਼ਨਾ ਪੈਦਾ ਕਰਨੀ ਹੈ, ਜਿਹਦੇ ਨਾਲ ਇੱਕ ਤਾਂ ਇਨਸਾਨ ਮੌਤ ਬਾਰੇ ਨਾ ਸੋਚੇ, ਦੂਜਾ ਪਲਚਿਆ ਰਹੇ ਆਪਣੇ ਆਪ ਦੇ ਵਿੱਚ, ਆਪਣੀ ਈਗੋ ਦੇ ਵਿੱਚ। ਬੜਾ ਤਕੜਾ ਟ੍ਰਿਕ ਹੈ ਪ੍ਰਭੂ ਦਾ, ਖੇਡ ਕਹਿ ਲਓ ਇਹਨੂੰ, ਕਿ ਜਿਹੜਾ ਉਹਨੇ ਮੇਲਾ ਰਚਾਇਆ, ਇਟ ਇਜ਼ ਵੰਡਰਫੁਲ। ਅਤੇ ਇਨਸਾਨ ਨੂੰ ਖੁਸ਼ ਰਹਿਣ ਦੇ ਲਈ ਮਾਇਆ ਨੂੰ ਠੇਕਾ ਦਿੱਤਾ, ਕਾਂਟਰੈਕਟ ਦਿੱਤਾ ਹੈ। ਅਤੇ ਮਾਇਆ ਬੜੀ ਬਖੂਬੀ ਦੇ ਨਾਲ ਨਿਭਾਉਂਦੀ ਹੈ। ਅਤੇ ਕਹਿੰਦੇ ਨੇ ਕਹਾਣੀ ਹੈ ਵੀ ਜਦੋਂ ਮਾਇਆ ਨੂੰ ਕਾਂਟਰੈਕਟ ਪ੍ਰਭੂ ਨੇ ਦੇ ਦਿੱਤਾ ਅਤੇ ਸਾਈਨ ਕਰਤੇ, ਅਤੇ ਮਾਇਆ ਦਰਵਾਜ਼ੇ 'ਚੋਂ ਪਿੱਛੇ ਮੁੜੇ ਆਉਂਦੀ, ਕਹਿੰਦੀ ਆਈ ਫੋਰਗਾਟ ਸਮਥਿੰਗ। ਪ੍ਰਭੂ ਨੇ ਦੇਖਿਆ ਵੀ ਕਾਗਜ਼ ਤਾਂ ਸਾਰੇ ਸਾਈਨ ਹੋ ਗਏ, ਨੋਟਰੀ ਵੀ ਹੋਇਆ, ਸਾਰਾ ਕੁਛ ਠੀਕ ਹੈ, ਹੁਣ ਇਹ ਕੀ ਭੁੱਲ ਗਈ। ਅਤੇ ਵਾਪਸ ਆ ਕੇ ਕਹਿੰਦੀ ਹੈ, ਪ੍ਰਭੂ ਪਿਆਰੇ, ਥੈਂਕ ਯੂ ਵੈਰੀ ਮੱਚ, ਤੁਸੀਂ ਮੈਨੂੰ ਇਹ ਕਾਂਟਰੈਕਟ ਦਿੱਤਾ ਦੁਨੀਆ ਨੂੰ ਪਰਚਾਉਣ ਦਾ, ਪਰ ਇੱਕ ਗੱਲ ਮੈਂ ਤੁਹਾਡੇ ਤੋਂ ਹੋਰ ਮੰਗਣਾ ਚਾਹੁੰਦੀ ਹਾਂ, ਅਤੇ ਮੈਂ ਇਹਨੂੰ ਲਾਗੂ ਨਹੀਂ ਕਰ ਸਕਦੀ, ਬੜੀ ਔਖ ਆਊਗੀ। ਪ੍ਰਭੂ ਕਹਿੰਦੇ ਕੀ ਔਖ ਆਊ, ਤੈਨੂੰ ਸਾਰੇ ਅਧਿਕਾਰ ਤਾਂ ਮੈਂ ਦੇ ਦਿੱਤੇ। ਨਹੀਂ ਸੱਚੇ ਪਾਤਸ਼ਾਹ, ਜਦ ਲੋਕ ਤੈਨੂੰ ਪਿਆਰ ਕਰਨਗੇ, ਤੇਰੇ ਵਿਜੋਗ 'ਚ, ਤੇਰੀ ਬੇਵਲਤਾ, ਤੇਰੀ ਚੰਚਲਤਾ ਦੇ ਵਿੱਚ ਬੈਠੇ ਹੋਣਗੇ, ਅਤੇ ਮੇਰਾ ਤਾਂ ਉਹਨਾਂ 'ਤੇ ਅਸਰ ਹੀ ਨਹੀਂ ਹੋਣਾ। ਪ੍ਰਭੂ ਮੁਸਕਰਾਏ, ਫਿਰ ਕੀ ਚਾਹੁੰਦੀ ਹੈ ਤੂੰ? ਪ੍ਰਭੂ ਮੈਂ ਤੇਰੇ ਪਿਆਰਿਆਂ ਨੂੰ ਤੇਰੇ ਨਾਲੋਂ ਤੋੜਨ ਦਾ ਕੰਮ ਵੀ ਕਰੂੰਗੀ। ਪ੍ਰਭੂ ਕਹਿੰਦੇ ਪਰ ਇੱਕ ਸ਼ਰਤ ਹੈ, ਜਦੋਂ ਨਾਮ ਜਪਣ
ਅੰਤਰ ਧਿਆਨਤਾ ਦੇ ਵਿੱਚ ਹੁਣ ਉਦੋਂ ਤੂੰ ਪਰੇ ਰਹੀ ਉਹਨਾਂ ਤੋਂ। ਸੱਚੇ ਪਾਤਸ਼ਾਹ ਠੀਕ ਹੈ, ਮੈਂ ਜਿਹੜੇ ਤੇਰੇ ਚਰਨਾਂ ਦੇ ਵਿੱਚ ਬੈਠੇ ਹੋਣਗੇ ਤੇਰੇ ਨੇੜੇ ਨੇੜੇ ਉਹਨਾਂ ਨੂੰ ਕੁਛ ਨਹੀਂ ਕਹੂੰਗੀ, ਪਰ ਜਿਹੜੇ ਤੇਰੇ ਤੋਂ ਦੂਰੀ 'ਤੇ ਹੋਣਗੇ ਉਹਨਾਂ ਨੂੰ ਤਾਂ ਫਿਰ ਮੈਂ ਆਪਣਾ ਛੱਲ ਵਾ ਜਿਹੜਾ ਵੇਚ ਸਕਦੀ ਹਾਂ ਨਾ। ਫਾਈਨ, ਕਹਿੰਦੇ ਗੋਡ ਨੇ ਉਹਨੂੰ ਬਲੈਸਿੰਗ ਦੇ ਦਿੱਤੀ ਵੀ ਤੂੰ ਹੁਣ ਜਿਵੇਂ ਮਰਜ਼ੀ ਕੁਛ ਕਰ। ਗੁਰੂ ਪਿਆਰਿਓ, ਆਪਾਂ ਆਪਣੇ ਜੀਵਨ ਦੇ ਵਿੱਚ ਦੇਖਦੇ ਹਾਂ, ਰੋਜ਼ ਦੇਖਦੇ ਹਾਂ, ਸੱਜਣ ਮਿਲਦੇ ਨੇ, ਮਿੱਤਰ ਮਿਲਦੇ ਨੇ, ਬਹੁਤ ਪਿਆਰੇ ਵਾਅਦੇ ਕਰਦੇ ਆ, ਪ੍ਰੇਮੀ ਪ੍ਰੇਮ ਕਾਮਾ ਪ੍ਰੇਮੀ ਮਿਲਦੇ ਆ, ਤਾਰੇ ਤੋੜਨ ਦੀ, ਚੰਦ ਨੂੰ ਤੋੜਨ ਦੀਆਂ ਗੱਲਾਂ ਕਰਦੇ ਆ, ਅਤੇ 2 ਸਾਲ 3 ਸਾਲ ਬਾਅਦ ਥੋਥੇ ਨਿਕਲ ਜਾਂਦੇ। ਵਾਟ ਇਜ਼ ਦਾ ਵੰਡਰਫੁਲਨੈਸ। ਪ੍ਰਭੂ ਦੀ ਕਾਰਾਗਰੀ ਵੱਲ ਦੇਖੋ ਅਤੇ ਮਾਇਆ ਦੀ ਠੇਕੇਦਾਰੀ ਵੱਲ ਦੇਖੋ, ਕਿਵੇਂ ਕ੍ਰਿਸ਼ਮਾ ਚੱਲ ਰਿਹਾ। ਇਸੇ ਤਰ੍ਹਾਂ ਮਲਤਾਨ ਅਤੇ ਆਪਣੇ ਲਾਹੌਰ ਤੋਂ ਪਾਕਪਟਨ ਨੂੰ ਜਾਂਦੇ ਹੋਏ ਪਾਤਸ਼ਾਹ ਗੁਰੂ ਨਾਨਕ ਸਾਹਿਬ ਇੱਕ ਸ਼ੇਖ ਸੱਜਣ ਮੁਸਲਮਾਨ ਸੀ ਅਤੇ ਉਹਦਾ ਨਾਂ ਸੀ, ਅਤੇ ਬੜਾ ਚੰਗਾ ਬੰਦਾ ਸੀ ਉਹ। ਪਹਿਲੇ ਜੀਵਨ ਦੇ ਵਿੱਚ ਉਹਨੇ ਇੱਕ ਸਰਾਂ ਸਿਮਿਲਰ ਟੂ ਆਵਰ ਮੋਟਲ, ਜਿਹੜੇ ਆਪਣੇ ਹੋਟਲ ਮੋਟਲ ਆ ਇੱਥੇ ਹੁਣ ਆਹ ਫਰੀਵੇਆਂ ਦੇ ਉੱਤੇ ਆਮ ਹੀ ਬਣੇ ਹੋਏ ਅਮਰੀਕਾ ਦੇ ਵਿੱਚ, ਜਿਹੜੇ ਮਰਜ਼ੀ ਐਗਜ਼ਿਟ 'ਤੇ ਨਿਕਲ ਜਾਓ ਕੋਈ ਨਾ ਕੋਈ ਮੋਟਲ ਮਿਲੇ ਜਾਂਦਾ। ਖਾਸ ਕਰਕੇ ਆਪਣੇ ਭਾਰਤੀ ਭਾਈਚਾਰੇ ਦੇ ਬਹੁਤ ਮੋਟਲ ਨੇ। ਇਸੇ ਤਰ੍ਹਾਂ ਮਲਤਾਨ ਦੇ ਨੇੜੇ ਆਪਣੇ ਪਿੰਡ ਦਾ ਨਾਂ ਤੂੰਬਾ ਕਰਕੇ ਕਹਿੰਦੇ ਨੇ, ਅਤੇ ਉੱਥੇ ਉਹਨੇ ਆਪਣੀ ਇੱਕ ਟਰੈਵਲਰ ਇਨ, ਅੰਗਰੇਜ਼ੀ ਦਾ ਲਫ਼ਜ਼ ਆ ਬੜਾ ਵਧੀਆ ਢੁਕਦਾ, ਸਰਾਂ ਪੰਜਾਬੀ ਦਾ ਲਫ਼ਜ਼, ਉਰਦੂ ਦਾ ਵੀ, ਇਹ ਸਰਾਂ ਉਹਨੇ ਖੋਲ੍ਹ ਲਈ। ਕਹਿੰਦੇ ਨੇ ਪਹਿਲੇ ਕਈ ਸਾਲ ਉਹਨੇ ਬੜੀ ਰੱਖਿਆ ਕੀਤੀ, ਕਿਉਂਕਿ ਜੰਗਲ ਸੀਗੇ, ਲੋਕ ਰਾਤ ਨੂੰ ਮਜਬੂਰੀ ਹੁੰਦੀ ਸੀ ਟਰੈਵਲ ਕਰਨ ਦੀ, ਕਿਉਂਕਿ ਦੂਰ ਜਾਣਾ ਹੁੰਦਾ ਸੀ, ਕੋਈ ਗੱਡੀਆਂ ਆਦਿ ਦਾ ਪ੍ਰਬੰਧ ਉਦੋਂ ਨਹੀਂ ਸੀ। ਬਿਰਲੇ ਬਿਰਲੇ ਤਾਂਗੇ, ਘੋੜ ਸਵਾਰੀ, ਇੱਦਾਂ ਦਾ ਗੱਡੇ, ਲੱਕੜੀ ਦੇ ਪਹੀਏ ਆਦਿ ਦੀ ਜਿਹੜੀ ਕਮਿਊਨ ਸੀ ਉਸ ਵੇਲੇ ਇੱਦਾਂ ਦਾ ਅਵੇਲੇਬਲ ਸੀਗਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਕਸਰ ਰੁਕਦੇ ਸੀ, ਆਪਣੇ 10-15-20 ਕਿਲੋਮੀਟਰ ਮੀਲ ਚੱਲ ਕੇ। ਕੋਹ ਕਹਿੰਦੇ ਸੀ ਉਦੋਂ, ਜਿਹੜਾ ਮਿਲਣ ਦਾ ਤਰੀਕਾ ਸੀ ਕੋਹਾਂ ਦੇ ਵਿੱਚ ਸੀ। ਚਲੋ 10 ਕੋਹ ਕਹਿ ਲਓ, 10 ਕੋਹ ਚੱਲਦੇ ਮਰਦਾਨਾ, ਅਤੇ ਗੁਰੂ ਨਾਨਕ ਸਾਹਿਬ ਰੁਕ ਜਾਂਦੇ। ਅਤੇ ਸੱਚੇ ਪਾਤਸ਼ਾਹ ਦੀ ਕੋਸ਼ਿਸ਼ ਇਹ ਹੁੰਦੀ ਸੀ ਵੀ ਉੱਥੇ ਰੁਕਿਆ ਜਾਵੇ ਜਿੱਥੇ ਰੁਕਣ ਦੇ ਵੇਲੇ ਵੀ ਕੋਈ ਨਾ ਕੋਈ ਲੁਕਾਈ ਦਾ ਭਲਾ ਹੋ ਜਾਵੇ। ਗੁਰੂ ਨਾਨਕ ਸਾਹਿਬ ਵਾਜ਼ ਅਵੇਅਰ ਆਫ ਦਿਸ ਸਰਾਂ, ਅਤੇ ਉਹਨਾਂ ਨੂੰ ਇਹ ਵੀ ਪਤਾ ਸੀਗਾ ਵੀ ਇਹ ਠੱਗੀਆਂ ਮਾਰਦੇ ਆ, ਇੱਥੇ ਲੁੱਟ ਖਸੁੱਟ ਹੁੰਦੀ ਹੈ। ਜਿਵੇਂ ਇੱਥੇ ਦੀ ਪੁਲਿਸ ਵਾ ਜਿਹੜੀ, ਉਹਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਚੋਰੀ ਹੋਣੀ ਕਿੱਥੇ ਹੈ, ਨਾ ਉਹਨਾਂ ਦੇ ਆਪਣੇ ਸੂਹੇ ਛੱਡੇ ਹੁੰਦੇ ਆ। ਖੈਰ ਗੁਰੂ ਨਾਨਕ ਸਾਹਿਬ ਵਾਜ਼ ਅਵੇਅਰ ਆਫ। ਪਹਿਲੇ ਜੀਵਨ ਦੇ ਵਿੱਚ ਸੱਜਣ ਨੇ ਕਈ ਸਾਲ ਸਰਾਂ ਚਲਾਈ, ਅਤੇ ਉਹਦਾ ਨਾਂ ਇੰਨਾ ਪਾਪੂਲਰ ਹੋ ਗਿਆ, ਛਡਾਉਂਦਾ ਵੀ ਸੀ ਬੰਦੇ ਹੋਏ ਲੋਕਾਂ ਨੂੰ। ਅਤੇ ਉਹਨੇ ਕਈ ਦੁਖੀ ਔਰਤਾਂ ਡੋਮੈਸਟਿਕ ਵਾਇਲੈਂਸ ਦੀਆਂ ਸ਼ਿਕਾਰ ਹੋਈਆਂ, ਉਹਨਾਂ ਨੂੰ ਵੀ ਸ਼ਰਨ ਦਿੱਤੀ ਹੋਈ ਉੱਥੇ ਆਪਣੇ, ਜਿਵੇਂ ਹੋਮਲੈਸਾਂ ਨੂੰ ਆਪਾਂ ਦੇ ਦਿੰਦੇ ਹਾਂ। ਪਰ ਗੁਰੂ ਪਿਆਰਿਓ, ਜਿਹੜਾ ਮਨ ਹੈ ਇਹ ਬਦਲਦਾ ਰਹਿੰਦਾ। ਜਦ ਲੋਕਾਂ ਨੇ ਸ਼ੇਖ ਉਹਦੇ ਨਾਂ ਤੋਂ ਹਟਾ ਤਾ, ਇਕੱਲਾ ਹੀ ਸੱਜਣ ਕਹਿਣ ਲੱਗ ਪਏ ਕਿ ਹੈ ਹੀ ਸੱਜਣ ਹੈ। ਜਿਵੇਂ ਕੋਈ ਮਹਾਨ ਪੁਰਸ਼ ਦਾਨ ਦਿੰਦਾ, ਰਾਏ ਬਲਾਰ ਵਰਗਾ, ਅਤੇ ਰਾਏ ਬਲਾਰ ਦੀ ਜਗ੍ਹਾ 'ਤੇ ਉਹਨੂੰ ਦਾਨੀ ਹੋਈ ਕਹਿਣ ਲੱਗ ਜਾਣ। ਅਤੇ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਉੱਥੇ ਪਹੁੰਚੇ ਤਾਂ ਉਹਦਾ ਨਾਂ ਸੱਜਣ ਕਰਕੇ, ਸ਼ੇਖ ਕੋਈ ਨਹੀਂ ਸੀ ਕਹਿੰਦਾ, ਸੱਜਣ ਹੀ ਕਹਿੰਦੇ ਸੀ।
ਕਿਉਂਕਿ ਪਹਿਲਾਂ ਉਹਨੇ ਪ੍ਰਭਾਵ ਬੜਾ ਵਧੀਆ ਪਾ ਲਿਆ। ਪਰ ਜਿਹੜੀ ਸੱਜਣ ਨਾਂ ਦੇ ਥੱਲੇ ਉਹ ਹੁਣ ਕੰਮ ਕਰਦਾ ਸੀ, ਉਹ ਕੀ ਕਰਦਾ ਸੀ? ਈਜ਼ੀ ਮਨੀ। ਬੰਦੇ ਦੇ ਵਿੱਚ ਇੱਕ ਪੜਾਅ ਆਉਂਦਾ ਹੈ ਵੀ ਉਹ ਕਹਿੰਦਾ ਮੈਂ ਛੇਤੀ ਤੋਂ ਛੇਤੀ ਅਮੀਰ ਹੋ ਜਾਵਾਂ, ਕਿਉਂਕਿ ਪਾਸਪੋਰਟ ਹੈ। ਮਨੀ ਹੈ ਜਿਹੜੀ, ਇਹ ਦੁਨੀਆ ਦਾ ਇੱਕ ਪਾਸਪੋਰਟ ਹੈ, ਵੀਜ਼ਾ ਨਹੀਂ ਹੈ। ਲੈਟਸ ਟਾਕ ਅਬਾਊਟ ਇਟ। ਇਹਨੂੰ ਸਮਝ ਲਈਏ ਗੱਲ ਨੂੰ। ਦੁਨੀਆ ਦਾ ਜਿਹੜਾ ਪਾਸਪੋਰਟ ਆ ਉਹ ਮਾਇਆ ਹੈ, ਪੈਸਾ ਹੈ, ਧਨ ਹੈ, ਦੌਲਤ ਹੈ। ਪਰ ਵੀਜ਼ਾ ਹੈ ਨਹੀਂ। ਵੀਜ਼ਾ ਕੀ ਹੈ? ਅਕਾਲ ਪੁਰਖ ਦਾ। ਜਿਹੜੀ ਸਟੈਂਪ ਲੱਗਦੀ ਹੈ ਉਹ ਮਿਸ਼ਨ ਹੈ, ਜਿਹੜਾ ਅਲਟੀਮੇਟ ਡੈਸਟੀਨੇਸ਼ਨ ਹੈ, ਦੈਟਸ ਗੋਡ। ਪਰ ਅਸੀਂ ਵੀਜ਼ੇ ਨੂੰ ਸਮਝਦੇ ਨਹੀਂ ਹੈਗੇ ਅਤੇ ਪਾਸਪੋਰਟ ਨੂੰ ਇਹ ਚੱਕੀ ਫਿਰਦੇ ਹਾਂ ਵੀ ਇਹ ਸਾਰਾ ਕੁਛ ਹੀ ਹੈ। ਮਾਇਆ ਇਜ਼ ਐਵਰੀਥਿੰਗ। ਸੋ ਸੱਜਣ ਦੇ ਦਿਲ 'ਚ ਇਹ ਆ ਗਿਆ ਵੀ ਮਾਇਆ ਬੜੀ ਚਮਤਕਾਰੀ ਚੀਜ਼ ਹੈ ਅਤੇ ਇਹਨੂੰ ਕਿਉਂ ਨਾ ਫਾਸਟ ਤਰੀਕੇ ਨਾਲ ਕਮਾਇਆ ਜਾਵੇ। ਜਿਹੜੇ ਡਾਕੂਆਂ ਤੋਂ ਅਸੀਂ ਲੋਕਾਂ ਨੂੰ ਛੁਡਾ ਕੇ ਲਿਆਉਂਦੇ ਹਾਂ, ਜਿਹੜੇ ਠੱਗਾਂ ਤੋਂ ਨਿਜਾਤ ਦਿਵਾਉਂਦੇ ਹਾਂ, ਕਿਉਂ ਨਾ ਪੜਦੇ ਪਿੱਛੇ ਇਹੀ ਕੰਮ ਸ਼ੁਰੂ ਕੀਤਾ ਜਾਵੇ। ਅਤੇ ਉਹਨੇ ਆਪਣੇ ਕਰਿੰਦਿਆਂ ਦੀ ਮੀਟਿੰਗ ਕੀਤੀ ਅਤੇ ਜਿਹੜੀਆਂ ਬੀਬੀਆਂ ਨੂੰ ਸ਼ਰਨ ਦਿੰਦਾ ਸੀ ਉੱਥੇ, ਡੋਮੈਸਟਿਕ ਵਾਇਲੈਂਸ ਵਾਲੀਆਂ ਨੂੰ, ਸਾਰਿਆਂ ਨੂੰ ਉਹਨੇ ਬੁਲਾ ਲਿਆ ਅਤੇ ਮੀਟਿੰਗ ਕੀਤੀ ਵੀ ਆਪਾਂ, ਆਪਣਾ ਨਾਂ ਬੜਾ ਵਧੀਆ ਚੱਲਦਾ ਹੈ, ਅਤੇ ਜਿਵੇਂ ਕੋਈ ਵੱਡਾ ਰੈਸਟੋਰੈਂਟ ਵਾਲਾ ਜਦੋਂ ਨਾਂ ਬਣ ਜਾਵੇ ਇਹ ਸੋਚ ਲਵੇ ਵੀ ਹੁਣ ਥੋੜ੍ਹੀ ਬਹੁਤੀ ਮਿਲਾਵਟ ਵੀ ਕਰ ਦਿਆ ਕਰੋ, ਚੱਲੇ ਜਾਊਗੀ, ਨਾ ਤਾਂ ਲੋਕਾਂ 'ਚ ਵਿਕਦਾ ਹੀ ਆ ਆਪਣਾ। ਹੁਣ ਸੱਜਣ ਨੇ ਮੀਟਿੰਗ ਕੀਤੀ ਵੀ ਹੁਣ ਆਪਾਂ ਲੋਕਾਂ ਨੂੰ ਲੁੱਟਿਆ ਕਰਨਾ, ਪਰ ਲੁੱਟਣਾ ਬੜੀ ਬੇਖੂਬੀ ਦੇ ਨਾਲ ਹੈ, ਪਤਾ ਨਾ ਲੱਗ ਜਾਵੇ, ਭੇਤ ਨਾ ਨਿਕਲ ਜਾਵੇ। ਅਤੇ ਵਿੱਚ ਜਿਹੜੇ ਮੈਨੇਜਰ ਪੁਰਾਣੇ ਸੀ ਉਹ ਕਹਿੰਦੇ, ਸੱਜਣ ਜੀ ਆਪਾਂ ਬੜੀ ਦੂਰ ਹਾਂ, ਸ਼ਹਿਰ ਤੋਂ ਬੜੀ ਦੂਰ ਹਾਂ, ਇਲਾਕਾ ਜਿਹੜਾ ਚੁੱਪ ਚਾਪ ਇਕਾਂਤ ਵਾਲਾ, ਇੱਥੇ ਕਿਹਨੂੰ ਪਤਾ ਲੱਗਣਾ। ਬਾਦਸ਼ਾਹ ਦੇ ਜਿਹੜੇ ਸਿਪਾਹੀ ਆਪਾਂ ਉਹਨਾਂ ਨੂੰ ਬੰਨ੍ਹ ਲਵਾਂਗੇ, ਪੈਸੇ ਪੂਸੇ ਦੇ ਦਿਆ ਕਰਾਂਗੇ ਅਤੇ ਆਪਣਾ ਭੇਤ ਨਹੀਂ ਨਿਕਲਣਾ। ਬੜਾ ਖੁਸ਼ ਹੋਇਆ ਸੱਜਣ ਕਿ ਮੇਰੇ ਕਿੰਨੇ ਚਮਤਕਾਰੀ ਕਰਿੰਦੇ ਨੇ। ਅਤੇ ਬੀਬੀਆਂ ਵੀ ਪਿੱਛੇ ਨਾ ਰਹੀਆਂ, ਕਹਿੰਦੀ ਹੈ ਜੀ ਬਿਲਕੁਲ ਅਸੀਂ ਵੀ ਰੋਲ ਨਿਭਾਵਾਂਗੀਆਂ ਠੱਗੀ ਦੇ ਵਿੱਚ। ਖੈਰ ਪਲੈਨਡ ਤਰੀਕੇ ਦੇ ਨਾਲ ਸੱਜਣ ਨੇ ਕੰਮ ਸ਼ੁਰੂ ਕਰ ਲਿਆ। ਵਕਤ ਦੇ ਮਾਰੇ ਹੋਏ ਲੋਕ ਟਰੈਵਲ ਕਰਦੇ, ਦੂਰ ਦਰੇਡੇ ਜਾਣਾ ਹੁੰਦਾ, ਅਤੇ ਸੱਜਣ ਦੇ ਜਿਹੜੇ ਕੰਮ ਕਰਨ ਵਾਲੇ ਸੀ ਉਹਨਾਂ ਨੂੰ ਬੜੇ ਤਰੀਕੇ ਨਾਲ ਉਹਨਾਂ ਦਾ ਵੈਲਕਮ ਕਰਦੇ, ਬੜੀ ਸੇਵਾ ਕਰਦੇ ਉਹਨਾਂ ਦੀ। ਅਤੇ ਜਦੋਂ ਸੌਂ ਜਾਂਦੇ ਤਾਂ ਉਹਨਾਂ ਨੂੰ ਕਤਲ ਕਰਕੇ, ਮਾਰ ਕੇ ਲਾਸ਼ ਨੂੰ ਖੂਹ 'ਚ ਸਿੱਟ ਦਿੰਦੇ ਅਤੇ ਉਹਨਾਂ ਦੀ ਜਿਹੜੀ ਮੋਹਰਾਂ ਸੋਨਾ ਆਦਿ ਲੁੱਟ ਲੈਂਦੇ ਅਤੇ ਤਿਜੋਰੀ ਦੇ ਵਿੱਚ ਪਾਈ ਜਾਂਦੇ ਸੀ। ਤਿਜੋਰੀ ਵੱਡੀ ਹੁੰਦੀ ਗਈ, ਵੱਡੀ ਹੁੰਦੀ ਗਈ, ਸੋਨੇ ਦੀਆਂ ਮੋਹਰਾਂ, ਚਾਂਦੀ ਆਦਿ ਗਹਿਣੇ ਨਾਲ ਭਰਦੀ ਗਈ ਅਤੇ ਸੱਜਣ ਅਮੀਰ ਹੁੰਦਾ ਗਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਇਸ ਗੱਲ ਦਾ ਜਦੋਂ ਪਤਾ ਲੱਗਿਆ ਤਾਂ ਬੜੇ ਦੁਖੀ ਹੋਏ, ਮਨ ਦੁਖੀ ਹੋਇਆ ਬਈ ਇਹ ਰੋਕਣਾ ਚਾਹੀਦਾ, ਪ੍ਰਭੂ ਦੀ ਬਣਾਈ ਹੋਈ ਖਲਕਤ ਦੇ ਉੱਤੇ ਇੰਨਾ ਅਤਿਆਚਾਰ ਕਰ ਰਿਹਾ ਹੈ ਇਹ। ਅਤੇ ਪਹੁੰਚ ਗਏ, ਪੋਟਲੀਆਂ 2 ਲੈ ਕੇ ਪਹੁੰਚ ਗਏ। ਮਰਦਾਨੇ ਦੇ ਕੋਲ ਆਪਣੀ ਪੋਟਲੀ ਹੈ, ਗੁਰੂ ਨਾਨਕ ਦੇ ਕੋਲ ਆਪਣੀ ਪੋਟਲੀ ਹੈ। ਮੁਸਾਫਰ ਰਾਤ ਕੱਟਣ ਨੂੰ ਦੋਨੇ ਸੱਜਣ ਦੀ ਸਰਾਂ ਦੇ ਵਿੱਚ ਪਹੁੰਚ ਜਾਂਦੇ ਨੇ। ਚਿਹਰੇ ਦੇ ਉੱਤੇ ਨੂਰ। ਜੇ ਕੋਈ ਦੁਨਿਆਵੀ ਘੁੱਟਕ ਨਸ਼ਾ ਕਰ ਲੈਂਦਾ ਤਾਂ ਉਹ ਆਪਣੇ ਆਪ ਨੂੰ ਫੰਨੇ ਖਾ ਸਮਝਦਾ। ਅਲਕੋਹਲ ਜਿਹੜਾ ਟੈਂਪਰੇਰੀ ਹੈ ਉਹਦੇ ਨਾਲ ਉਹਨੂੰ ਗੱਲ ਬਹੁਤ ਆਉਣ ਲੱਗ ਜਾਂਦੀ ਹੈ। ਅਤੇ ਜਿਨ੍ਹਾਂ ਨੇ ਖੁਦਾ ਦੇ ਨਾਂ ਦੀ ਸ਼ਰਾਬ ਪੀਤੀ ਹੋਵੇ, ਮਸਤੀ ਖਮਾਰੀ ਚੜ੍ਹੀ ਹੋਵੇ 24 ਘੰਟੇ, ਜਿਹੜੀ ਉਤਰਨੀ ਨਹੀਂ ਕਦੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਤੇ ਨਾਲ ਮਰਦਾਨਾ, ਅਤੇ ਚਿਹਰੇ ਦਾ ਸੂਰਜ ਵਾਂਗੂ ਉਹਨਾਂ ਦੇ ਦਗਦੇ ਸੀ, ਚਮਕਦੇ ਸੀ। ਅਤੇ ਉਹਨਾਂ ਦੇ ਕੋਲ ਕਿਹੜਾ ਗਾਹਾਂ ਕੋਈ ਐਕਸਰੇ ਲਾਇਆ ਹੋਇਆ ਸੀ ਉਹਨਾਂ ਦਿਨਾਂ ਦੇ ਵਿੱਚ। ਆ ਜਿਹੜੇ ਹੁਣ ਆਪਣੇ ਐਕਸਰੇ ਲੱਗ ਜਾਂਦੇ ਆ, ਸਾਰਾ ਕੁਛ ਦੇਖ ਲੈਂਦੇ ਆ।
ਉਹਨਾਂ ਦੀ ਜਿਹੜੀ ਜੱਜਮੈਂਟ ਸੀ ਇਹੀ ਸੀ ਵੀ ਬੰਦਾ ਜਿਹੜਾ ਅੱਤ ਨੂਰ ਵਾਲਾ ਹੈ ਉਹ ਜ਼ਿਆਦਾ ਪੈਸੇ ਵਾਲਾ ਹੈ। ਹਾਲਾਂਕਿ ਅੱਜ ਕੱਲ੍ਹ ਦੇ ਸਿਸਟਮ ਦੇ ਵਿੱਚ ਤਾਂ ਬੜਾ ਕੁਛ ਉਲਟ ਹੋਇਆ। ਜਿਹਦੇ ਕੋਲ ਪੈਸੇ ਆ ਉਹ ਵਿਚਾਰਾ ਬਹੁਤ ਡਿਪਰੈਸ ਹੋ ਜਾਂਦਾ, ਖੁਸ਼ੀ ਮਿਲਦੀ ਨਹੀਂ, 6 ਮਹੀਨੇ ਬਾਅਦ ਮੁਸਕਰਾਉਂਦਾ ਹੱਸਦਾ। ਪਰ ਉਹਨਾਂ ਦਿਨਾਂ ਦੇ ਵਿੱਚ ਇਹ ਜਾਣਿਆ ਜਾਂਦਾ ਸੀ ਵੀ ਧਨਾੜ ਲੋਕ ਆ ਜਿਹੜੇ, ਉਹਨਾਂ ਦੇ ਚਿਹਰੇ ਅਕਸਰ ਨੂਰ ਨਾਲ ਭਰੇ ਹੁੰਦੇ ਆ। ਜਦੋਂ ਦੇਖਿਆ ਕਰਿੰਦਿਆਂ ਨੇ ਤੇ ਬਈ ਆਹ ਤਾਂ ਬੱਲੇ ਬੱਲੇ ਬੱਲੇ, ਇਹ ਤਾਂ ਦੁਨੀਆ ਦੇ ਬਾਦਸ਼ਾਹ ਆ ਗਏ ਦੋਨੇ, ਮਰਦਾਨਾ ਤੇ ਗੁਰੂ ਨਾਨਕ, ਰੱਜੇ ਪੁੱਜੇ। ਕਿਤੇ ਸ਼ੇਖ ਹੈ, ਸ਼ਾਹੂਕਾਰ ਹੈ, ਸਾਰਾ ਸਟਾਫ ਸਾਰੇ ਕੰਮ ਛੱਡ ਕੇ ਉਹਨਾਂ ਦੇ ਦਿਵਾਲੇ ਹੋ ਗਿਆ। ਤੁਸੀਂ ਦੇਖਿਆ ਦੁਨੀਆ ਦੇ ਵਿੱਚ, ਇੱਥੇ ਮੋਟਲਾਂ ਦੇ ਵਿੱਚ ਜੇ ਕੋਈ ਮੰਤਰੀ ਆ ਜਾਂਦਾ, ਸਾਰਾ ਹੀ ਮੈਨੇਜਰ ਤੋਂ ਲਾ ਕੇ ਸਾਰਾ ਅਮਲਾ ਫੈਲਾ ਉਹਦੇ ਦਿਵਾਲੇ ਹੋ ਜਾਂਦਾ ਵੀ ਇੰਪਰੈਸ਼ਨ ਗੁੱਡ ਪਵੇ, ਬਈ ਤਾਂ ਕਿ ਸਾਨੂੰ ਕੱਲ੍ਹ ਨੂੰ ਕੋਈ ਪਰਮਿਟ ਦੀ ਲੋੜ ਪਵੇ, ਸਾਨੂੰ ਕੋਈ ਸਰਕਾਰੀ ਦਰਬਾਰੇ ਲੋੜ ਪਵੇ ਤੇ ਸਾਨੂੰ ਔਖ ਨਾ ਹੋਵੇ, ਕਿਉਂਕਿ ਲੱਗਦਾ ਹੈ ਵੀ ਇਹਦੇ ਕੋਲ ਪਾਵਰ ਹੈ। ਸੋ ਗੁਰੂ ਨਾਨਕ ਸਾਹਿਬ ਦੇ ਨੂਰ ਨੂੰ ਦੇਖ ਕੇ ਸਾਰਾ ਸਟਾਫ ਹੈ ਜਿਹੜਾ ਦੀਵਾਨਾ ਹੋ ਗਿਆ ਵੀ ਅੱਜ ਬਹੁਤ ਵੱਡੀ ਇੱਥੇ ਇੱਕ ਪ੍ਰੋਜੈਕਟ ਹੈ, ਅੱਜ ਇੱਥੇ ਇੱਕ ਠੱਗੀ ਮਾਰੀ ਜਾਊਗੀ, ਬਹੁਤ ਵੱਡੀ ਠੱਗੀ ਵੱਜੂਗੀ। ਮਰਦਾਨੇ ਵੱਲ ਵੀ ਦੇਖਦੇ ਆ ਵੀ ਭਰੀਆਂ ਹੋਈਆਂ ਪੋਟਲੀਆਂ ਨੇ ਸੋਨੇ ਦੀਆਂ ਮੋਹਰਾਂ ਨਾਲ, ਫੁੱਲ ਆਫ ਵੈਲਥ। ਇਹ ਗੱਲ ਸੱਜਣ ਨੂੰ ਵੀ ਜਾ ਕੇ ਦੱਸਦੀ ਵੀ ਅੱਜ ਜਿਹੜੇ ਮੁਸਾਫਰ ਆਏ ਆ, ਆਪਾਂ ਨੂੰ ਲੱਗਦਾ ਵੀ ਮੁੜ ਕੇ ਸਰਾਂ ਚਲਾਉਣ ਦੀ ਲੋੜ ਹੀ ਨਹੀਂ ਪੈਣੀ। ਜਿੱਥੇ ਮਰਜੀ ਜਾਈਏ ਉਮਰ ਦੀਆਂ ਰੋਟੀਆਂ ਨੇ ਇਹਨਾਂ ਦੇ ਕੋਲ, ਲਾਲ ਨੇ ਵੱਡੇ ਵੱਡੇ ਜੂਅਲਸ। ਸੱਜਣ ਵੀ ਸਾਰਾ ਕੁਝ ਛੱਡ ਕੇ ਉਹਨਾਂ ਦੇ ਦਿਵਾਲੇ ਬੜਾ ਸਵਾਗਤ ਕੀਤਾ, ਝੁਕ ਕੇ ਚਰਨਾਂ ਨੂੰ। ਤੁਸੀਂ ਦੇਖਿਆ ਦੁਨੀਆ ਦੇ ਵਿੱਚ ਪਖੰਡੀ ਲੋਕ ਆ ਜਿਹੜੇ ਕਿੰਨਾ ਡਰਾਮਾ ਕਰਦੇ ਆ, ਬੱਲੇ ਬੱਲੇ ਬੱਲੇ, ਪੈਰਾਂ ਨੂੰ ਇਹ ਭੱਜਦੇ ਆ, ਹੱਥਾਂ ਨੂੰ ਕੋਡੇ ਹੀ ਹੋਈ ਜਾਂਦੇ ਆ, ਅਪਰਾਧੀ ਦੂਣਾ ਨਿਵੇ। ਸੱਚੇ ਪਾਤਸ਼ਾਹ ਨੇ ਬੜਾ ਦੇਖ ਕੇ ਹੈਰਾਨੀ ਹੋਈ ਵੀ ਦੇਖੋ ਦੁਨੀਆ, ਮਾਇਆ ਜਿਹੜੀ ਠੇਕੇਦਾਰਨੀ ਕਿੰਨਾ ਵਧੀਆ ਕੰਮ ਕਰ ਰਹੀ ਹੈ, ਕਿੰਨੇ ਇਹ ਪੈਸਾ ਇਹਨਾਂ ਦੇ ਕੋਲ ਹੈ, ਸੱਜਣ ਦੇ ਕੋਲ। ਤੇ ਅੱਜ ਵੀ ਇਹ ਸਭ ਪਾਤਸ਼ਾਹ ਦੇਖ ਰਹੇ ਨੇ। ਉਹਨਾਂ ਦਾ ਪ੍ਰਬੰਧ ਇੱਕ ਸੋਹਣੇ ਕਮਰੇ ਦੇ ਵਿੱਚ ਕੀਤਾ ਜਾਂਦਾ, ਖੁੱਲ੍ਹੇ ਕਮਰੇ ਦੇ ਵਿੱਚ, ਜਿੱਥੇ ਹਰ ਕਿਸਮ ਦੀ ਸਹੂਲਤ ਹੈ। ਤੇ ਸੱਜਣ ਨੇ ਜਿਹੜਾ ਮੇਜ਼ਬਾਨ ਦਾ ਮੁੱਖ ਰੋਲ ਆ ਉਹ ਆਪਣੇ ਕੋਲ ਲੈ ਲਿਆ ਤੇ ਕਰਿੰਦਿਆਂ ਨੂੰ ਅੱਖ ਮਾਰਤੀ, ਪਰੇ ਰਿਓ, ਅੱਜ ਮੈਂ ਹੈਂਡਲ ਕਰਦਾ। ਕਈ ਵਾਰ ਦੇਖਿਆ ਦੁਨੀਆ ਦੇ ਦਸਤੂਰਾਂ ਦੇ ਵਿੱਚ ਵੀ ਜੇ ਕੋਈ ਜ਼ਿਆਦਾ ਪ੍ਰੋਫਿਟ ਦੀ ਆਸ ਹੁੰਦੀ ਹੈ, ਫਿਰ ਜਿਹੜਾ ਮਾਲਕ ਹੈ ਉਹਨੂੰ ਪਤਾ ਹੁੰਦਾ ਵੀ ਮੈਂ ਬੜੀ ਮਹਾਰਤ ਹਾਸਲ ਕੀਤੀ ਹੋਈ ਹੈ, ਉਹ ਜਿਹੜੀ ਹੈ ਕੰਮ ਉਹ ਆਪ ਕਰਦਾ। ਫਿਰ ਅੱਜ ਸੱਜਣ ਨੇ ਵੀ ਕਹਿਤਾ ਵੀ ਤੁਸੀਂ ਪਰੇ ਰਹੋ, ਬੈਕ 'ਤੇ ਰਹੋ, ਮੇਰੀ ਸਪੋਰਟ ਕਰਿਓ, ਪਰ ਕਿਉਂਕਿ ਸ਼ਾਹੂਕਾਰ ਵੱਡੇ ਹੈ, ਇਹਨਾਂ ਨੂੰ ਜਿਹੜਾ ਲੁੱਟਣਾ ਹੈ ਉਹ ਅੱਜ ਮੈਂ ਆਪਣੇ ਸਾਰੇ ਜਿਹੜੇ ਮੇਰੇ ਮੈਰਿਟਸ ਹੈ, ਮੇਰੇ 'ਚ ਖੂਬੀਆਂ ਨੇ ਜਿਹੜੀਆਂ, ਉਹ ਮੈਂ ਵਰਤੂੰਗਾ। ਪਹਿਲੀ ਵਾਰ ਆਇਆ ਤਾਂ ਉੱਥੇ ਬੈਠ ਕੇ ਪਾਤਸ਼ਾਹ ਦੀ ਖੁਸ਼ਾਮਦ ਕਰਦਾ ਕਿ ਦੇਖੋ ਦੁਨੀਆ ਦੇ ਵਿੱਚ ਬਹੁਤ ਕਿਸਮ ਦੇ ਲੋਕ ਹੈ, ਤੁਸੀਂ ਕਿੰਨੇ ਭੋਲੇ ਹੋ, ਤੁਹਾਡੇ ਵਿੱਚ ਬਿਲਕੁਲ ਵੀ ਹੰਕਾਰ ਨਹੀਂ ਹੈ, ਤੇ ਇਸ ਤਰ੍ਹਾਂ ਲੱਗਦਾ ਜਿਵੇਂ ਤੁਸੀਂ ਸਾਧੂ ਹੋਵੋ, ਪਰ ਮਾਇਆ ਤੁਹਾਡੇ ਕੋਲ ਬਹੁਤ ਹੈ, ਧਨ ਬੜਾ ਹੈ। ਗੁਰੂ ਨਾਨਕ ਸਾਹਿਬ ਮੁਸਕਰਾਏ ਤੇ ਚਲੇ ਗਿਆ। ਫਿਰ ਮੁੜ ਕੇ ਆਇਆ ਦੁਬਾਰਾ, ਭੋਜਨ ਛਕ ਲਿਆ ਤੁਸੀਂ, ਸਾਡੇ ਲਈ ਹੋਰ ਸੇਵਾ ਦੱਸੋ, ਦੁੱਧ ਲੈ ਆਈਏ ਕੇਸਰ ਪਾ ਕੇ ਵਿੱਚ ਤੁਹਾਡੇ ਲਈ। ਮਰਦਾਨਾ ਬੜੀਆਂ ਮੌਜਾਂ 'ਚ ਅੱਜ, ਕਿਉਂਕਿ ਮਰਦਾਨਾ ਖਾਣ ਦਾ ਬੜਾ ਸ਼ੌਕੀਨ ਸੀ। ਚਾਹ ਚੜ੍ਹ ਗਿਆ ਵੀ ਅੱਜ ਕੇਸਰ ਵਾਲਾ ਦੁੱਧ ਵੀ ਮਿਲੂਗਾ। ਦੁੱਧ ਵੀ ਆ ਗਿਆ, ਪਾਤਸ਼ਾਹ ਨੇ ਛਕਿਆ ਤੇ ਮਰਦਾਨੇ ਨੇ ਵੀ ਛਕਿਆ। ਤੇ ਹੁਣ ਤੀਜਾ ਗੇੜਾ ਮਾਰਿਆ ਸੱਜਣ ਨੇ, ਹੱਥ ਜੋੜ ਕੇ ਕਹਿੰਦਾ ਵੀ ਤੁਹਾਨੂੰ ਵਿਸ਼ਰਾਮ ਕਰਨਾ ਚਾਹੀਦਾ ਤੇ ਕੱਲ੍ਹ ਨੂੰ ਫਿਰ ਤੁਸੀਂ ਆਪਣੀ ਮੰਜ਼ਿਲ ਵੱਲ ਜਾਣਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਦੇਖ ਸੱਜਣ, ਅਸੀਂ ਸੌਣ ਤੋਂ ਪਹਿਲਾਂ 16 ਸਾਹਿਬ ਗਾਇਨ ਕਰਦੇ ਹਾਂ ਤੇ ਅਸੀਂ ਸ਼ਬਦ ਪ੍ਰਭੂ ਦੀ ਆਰਾਧਨਾ ਕਰਦੇ ਹਾਂ, ਫਿਰ ਸੌਂਦੇ ਹਾਂ। ਮਰਦਾਨਿਆਂ ਬਜਾ ਰਬਾਬ,
ਤੇ ਸੱਜਣ ਅਜੇ ਬਾਹਰ ਨਿਕਲਦਾ ਤੇ ਉਹਦੇ ਕੰਨਾਂ 'ਚ ਪੈਂਦੀ ਹੈ ਉੱਜਲ ਕਿਹਾ ਚਿਲਕਣਾ। ਸੱਚੇ ਪਾਤਸ਼ਾਹ ਨੇ ਸ਼ਬਦ ਪੜ੍ਹਿਆ ਤੇ ਸੱਜਣ ਦਾ ਜਿਹੜਾ ਮਨ ਹੈ ਉਹ ਕਠੋਰਤਾ ਵੱਲੋਂ ਨਰਮੀ ਵੱਲ ਨੂੰ ਆਉਣ ਲੱਗ ਗਿਆ ਤੇ ਗੇੜੇ ਕੱਢਦਾ ਫਿਰਦਾ। ਆਉਂਦਾ ਸੁਣ ਕੇ ਮਿਠਾਸ ਭਰੀ ਬਾਣੀ ਮੁੜ ਜਾਂਦਾ। ਮਨ ਦੇ ਵਿੱਚ ਉਬਾਲੇ ਉੱਠਦੇ ਆ। ਉਹ ਖੂਹ ਦੇ ਵਿੱਚੋਂ ਉਹਨੂੰ ਇਸ ਤਰ੍ਹਾਂ ਲੱਗਦਾ ਮੁਰਦੇ ਨਿਕਲ ਕੇ ਆਉਂਦੇ ਆ। ਬੱਚੇ, ਬੁੱਢੇ, ਔਰਤਾਂ, ਖੂਹ ਦੇ ਵਿੱਚੋਂ ਇੱਕ ਭੀੜ ਨਿਕਲ ਕੇ ਆ ਰਹੀ ਹੈ। ਮੁਰਦਿਆਂ ਦਾ ਖੂਹ ਜਿਹੜਾ ਸੱਜਣ ਨੇ ਬਣਾਇਆ ਹੋਇਆ ਸੀ। ਇੱਧਰ ਬਾਣੀ ਕੰਨਾਂ 'ਚ ਪੈ ਰਹੀ ਹੈ। ਗੁਰੂ ਪਿਆਰਿਓ, ਮਨ ਬਲਾਸਟ ਹੋਣ ਤੱਕ ਪਹੁੰਚ ਗਿਆ। ਉੱਧਰ ਉਹਨੂੰ ਮੁਰਦੇ ਦਿਖ ਰਹੇ ਹੈ ਤੇ ਕੋਈ ਕਿਰਪਾਨ ਫੜੀ ਫਿਰਦਾ, ਕੋਈ ਭੱਲਾ ਫੜੀ ਫਿਰਦਾ, ਡਾਂਗ ਫੜੀ ਫਿਰਦਾ। ਮਾਰ ਦਿਓ ਇਹਨੂੰ, ਮਾਰ ਦਿਓ, ਇਹ ਸੱਜਣ ਨਹੀਂ, ਇਹ ਠੱਗ ਹੈ। ਕੰਨਾਂ ਦੇ ਵਿੱਚ ਬਾਣੀ ਪੈ ਰਹੀ ਹੈ, ਮਰਦਾਨੇ ਦੀ ਰਵਾਬ ਪੈ ਰਹੀ ਹੈ। ਡੋਲਦਾ ਫਿਰਦਾ ਸਰਾਂ ਦੇ ਬਾਹਰਲੇ ਪਾਸੇ ਜਿਹੜਾ ਵਿਹੜਾ ਉਹਦੇ ਵਿੱਚ। ਕਰਿੰਦੇ ਦੇਖ ਰਹੇ ਆ ਕੀ ਹੋ ਗਿਆ ਅੱਜ ਸੱਜਣ ਨੂੰ, ਇੰਨਾ ਕਠੋਰ ਮਨ ਹੈ ਇਹਦਾ ਡਿੱਗਦਾ ਫਿਰਦਾ। ਉਹਨੇ ਦੇਖਿਆ ਵੀ ਅੱਜ ਤੱਕ ਬੜੇ ਟਰੈਵਲਰ ਆਏ ਆ ਇੱਥੇ, ਮੁਸਾਫਰ ਆਏ ਆ, ਕਦੇ ਕਿਸੇ ਨੇ ਇਸ ਤਰ੍ਹਾਂ ਦੀ ਬਾਣੀ ਗਾਇਨ ਨਹੀਂ ਕੀਤੀ। ਇਹ ਕੀ ਹੋ ਗਿਆ ਮੈਨੂੰ? ਇਹ ਕੋਈ ਵਾਕਿਆ ਹੀ ਕੋਈ ਸਾਧੂ ਹੈ, ਕੋਈ ਸੰਤ ਹੈ, ਕੋਈ ਮਹਾਂਪੁਰਸ਼ ਹੈ, ਕੋਈ ਦਰਵੇਸ਼ ਹੈ, ਕੋਈ ਮਲੰਗ ਹੈ, ਕੋਈ ਫਕੀਰ ਹੈ, ਅੱਲਾ ਦਾ ਪੀਰ ਹੈ। ਦਰਵਾਜ਼ੇ ਦੇ ਵਿੱਚ ਆ ਕੇ ਥੱਲੇ ਡਿੱਗ ਪੈਂਦਾ, ਚਰਨਾਂ ਦੇ ਵਿੱਚ ਸੱਚੇ ਪਾਤਸ਼ਾਹ ਦੇ। ਜਿਵੇਂ ਡੰਡਵਤ ਪ੍ਰਣਾਮ ਕਰੀਦੇ ਆ ਇਸ ਤਰ੍ਹਾਂ ਚੜਾਪ ਕਰਕੇ ਡਿੱਗ ਪੈਂਦਾ। ਮੈਨੂੰ ਬਖਸ਼ ਦਿਓ। ਬਾਹਰ ਫਿਰ ਕੰਨਾਂ 'ਚ ਚੀਕਾਂ ਪੈਂਦੀਆਂ ਨੇ ਬਾਹਰੋਂ, ਫੜ ਲਓ, ਫੜ ਲਓ, ਫੜ ਲਓ, ਇਹਨੂੰ ਵੱਜਣ ਨਾ ਦਿਓ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੇਰਾਂ ਦੇ ਸਾਈਂ, ਕੋਈ ਵੀ ਹੋਵੇ ਹੰਕਾਰੀ, ਚਾਹੇ ਕੋਈ ਬਲੀ ਹੋਵੇ, ਚਾਹੇ ਕੋਈ ਕੌਡਾ ਹੋਵੇ, ਸਾਰਿਆਂ ਨੂੰ ਬਖਸ਼ਿਆ। ਤੇ ਸੱਜਣ ਦੇ ਸਿਰ 'ਤੇ ਹੱਥ ਰੱਖ ਕੇ ਕਹਿੰਦੇ, ਅੱਜ ਤੋਂ ਸੱਚਮੁੱਚ ਦਾ ਸੱਜਣ ਬਣ ਜਾ। ਦੁਨੀਆ ਦੇ ਵਿੱਚ ਤੂੰ ਆਇਆ, ਆਹ ਜਿਹੜੀਆਂ ਤੂੰ ਲੁੱਟਾਂ ਕਰਦਾ ਇਹਨਾਂ ਨੇ ਕਿਸੇ ਨੇ ਨਾਲ ਨਹੀਂ ਜਾਣਾ ਤੇਰੇ। ਕਿੰਨੇ ਲੋਕ ਮਾਰੇ ਆ ਤੈਂ, ਕਿੰਨੇ ਕਤਲ ਕੀਤੇ ਆ, ਕਿੰਨੇ ਮਰਡਰ ਕੀਤੇ ਆ। ਕੀ ਵਿਗਾੜਿਆ ਸੀ ਤੇਰਾ ਉਹਨਾਂ ਨੇ? ਨਾ ਤੇਰਾ ਸੱਜਣ ਤੇ ਕਮਾ ਰਿਹਾ ਕਾਇਰਤਾ, ਦੋਜ਼ਖ ਦੀ ਅੱਗ। ਜਦੋਂ ਹਥਿਆਰ ਸਿੱਟ ਦਿੰਦਾ ਹੰਕਾਰੀ ਬੰਦਾ, ਸੱਚਮੁੱਚ ਉਹ ਮਰ ਜਾਂਦਾ। ਗੱਲ ਹੀ, ਸਮੱਸਿਆ ਹੀ ਵੱਡੀ ਇਹ ਹੈ ਦੁਨੀਆ ਦੀ ਕਿ ਅਸੀਂ ਸਾਰੀ ਜ਼ਿੰਦਗੀ ਜੋੜੀ ਜਾਂਦੇ ਹਾਂ, ਜੋੜੀ ਜਾਂਦੇ ਹਾਂ, ਜੋੜੀ ਜਾਂਦੇ ਹਾਂ, ਕਿਉਂਕਿ ਠੇਕੇਦਾਰਨੀ ਦੇ ਮਗਰ ਲੱਗਦੇ ਆ ਮਾਇਆ ਦੇ। ਮਾਇਆ ਬੜੀ ਚਤਰ ਹੈ, ਢੇਰੀਆਂ ਲਾਈ ਜਾਂਦੇ ਹਾਂ, ਲਾਈ ਜਾਂਦੇ ਹਾਂ, ਤੇ ਅਖੀਰ 'ਚ ਜਿਹੜੀ ਪ੍ਰਕਿਰਿਆ ਹੈ, ਜਿਨ੍ਹਾਂ ਨੂੰ ਆਪਣੇ ਸਮਝਦੇ ਹਾਂ ਉਹਨਾਂ ਦੀ ਵੀ ਦੂਰੀ ਬਣਨ ਲੱਗ ਜਾਂਦੀ ਹੈ। ਕਿਉਂਕਿ ਦੈਟਸ ਦਾ ਲਾਅ ਆਫ ਨੇਚਰ। ਜਿਹੜੇ ਦਰਖਤ ਦੇ ਉੱਤੇ ਪੱਤੇ ਲੱਗੇ ਹੋਏ ਆ ਕਿਸੇ ਵੇਲੇ ਬੜੇ ਮਜ਼ਬੂਤ ਹੁੰਦੇ ਆ, ਬੜੇ ਮਜ਼ਬੂਤ ਹੁੰਦੇ ਆ। ਵੱਡੀ ਤਾਕੜੀ ਹਨੇਰੀ ਆਵੇ, ਝੱਖੜ ਆਵੇ, ਗੜੇ ਪੈਣ ਤੇ ਪੱਤੇ ਡਿੱਗਦੇ ਨਹੀਂ, ਉਹਨਾਂ 'ਚ ਜਾਨ ਹੁੰਦੀ ਹੈ। ਦਰਖਤ ਦੇ ਨਾਲ ਉਹਨਾਂ ਦੀ ਅਟੈਚਮੈਂਟ ਇੰਨੀ ਹੁੰਦੀ ਹੈ, ਉਹ ਡਿੱਗਦੇ ਨਹੀਂ। ਪਰ ਜਦੋਂ ਉਹਨਾਂ ਦਾ ਕਨੈਕਸ਼ਨ ਪੁਰਾਣਾ ਹੋ ਜਾਂਦਾ ਤੇ ਦਰਖਤ ਵੀ ਉਹਨਾਂ ਦਾ ਸਾਥ ਛੱਡਣਾ ਚਾਹੁੰਦਾ। ਨਿਊ ਆਰ ਵੇਟਿੰਗ, ਨਵੇਂ ਆਉਣ ਨੂੰ ਤਿਆਰ ਹੋ ਰਹੇ ਨੇ। ਜੇ ਸਟੇਜ ਦੇ ਉੱਤੇ ਇੱਕੋ ਹੀ ਰੋਲ ਪੁਰਾਣੇ ਐਕਟਰ ਕਰੀ ਜਾਣ, ਕੌਣ ਦੇਖੂਗਾ ਉਹਨੂੰ? ਨਵਿਆਂ ਦੀ ਲੋੜ। ਸੋ ਜਦੋਂ ਪਦਾਰਥ ਦੇ ਵਿੱਚ ਪਿੱਛੇ ਲੱਗ ਕੇ ਇਨਸਾਨ ਬਹੁਤ ਪਦਾਰਥ ਕਮਾਉਂਦਾ ਹੈ,
ਪਰ ਲਾ ਆਫ ਨੇਚਰ ਇਹ ਹੈ ਵੀ ਆਪਣੇ ਬਗਾਨੇ ਹੋਣ ਲੱਗ ਜਾਂਦੇ ਨੇ। ਜਿਨ੍ਹਾਂ ਦੇ ਲਈ ਸਾਰਾ ਕੁਝ ਕੀਤਾ ਉਹ ਅਵੋਇਡ ਕਰਨ ਲੱਗ ਜਾਂਦੇ ਨੇ, ਕੰਪਨੀ ਅਵੋਇਡ। ਹੋਰ ਤਾਂ ਕੀ ਲੈਣਾ? ਮਾਂ ਪਿਓ ਨੇ ਕਿਹੜਾ ਉਹਨਾਂ ਤੋਂ ਪੈਸੇ ਲੈਣੇ ਆ, ਬੱਚਿਆਂ ਤੋਂ ਜਾਂ ਮਿੱਤਰਾਂ ਤੋਂ? ਇੱਕ ਕੰਪਨੀ ਉਹ ਭਾਲਦੇ ਆ ਨਾ ਮਾਂ ਪਿਓ ਜਾਂ ਮਿੱਤਰ, ਤੇ ਉਹਨੂੰ ਵੀ ਅਵੋਇਡ ਕਰਨ ਲੱਗ ਜਾਂਦੇ ਆ। ਦੈਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਦੱਸਿਆ, ਸੱਜਣਾ ਆ ਤੇਰੇ ਜਿਹੜੇ ਕਰਿੰਦੇ ਆ, ਬੜਾ ਭਲਾ ਕੀਤਾ ਤਾਂ ਜਿਹੜੀਆਂ ਬੀਬੀਆਂ ਨੂੰ ਜ਼ਾਲਮਾਂ ਦੇ ਪੰਜਿਆਂ 'ਚੋਂ ਛੁਡਾ ਕੇ ਇੱਥੇ ਠਹਿਰਾਇਆ, ਸਹਾਇਤਾ ਕੀਤੀ ਹੈ। ਸਾਰੇ ਇਕੱਠੇ ਹੋ ਜਾਂਦੇ ਆ ਜਦੋਂ ਕੋਈ ਲੀਡਰ ਹੈ ਜਿਹੜਾ ਆ ਹੁਣ ਤੁਸੀਂ ਦੇਖਿਆ ਡੈਮੋਕ੍ਰੇਸੀ ਹੈ, ਦਲ ਬਦਲੀਆਂ ਹੁੰਦੀਆਂ ਨੇ। ਜਿਹੜੇ ਨੇਤਾਗਣ ਲੋਕ ਹੈ ਬੜੇ ਚਲਾਕ ਹੈ, ਕਲੈਵਰ ਹੈ, ਇਹਨਾਂ ਨੂੰ ਹਵਾ ਦਾ ਪਤਾ ਲੱਗ ਜਾਂਦਾ ਬਈ ਲੱਗਦਾ ਆ ਪਾਰਟੀ ਜਿੱਤ ਜੂਗੀ, ਜਿਹੜੀ ਪਾਰਟੀ 'ਚ ਮੈਂ ਆ ਇਹਦੇ ਹਾਰਨ ਦੇ ਚਾਂਸ ਬਣੇ ਹੋਏ ਆ। ਕਿਹੜਾ 5 ਸਾਲ ਕੁੱਟ ਖਾਊਗਾ? ਉਹ ਆਪਣੇ ਮਨ ਨਾਲ ਪਹਿਲਾਂ ਸਲਾਹ ਕਰਦਾ, ਮਨ ਬਣਾ ਲੈਂਦਾ ਵੀ ਪਾਰਟੀ ਹੁਣ ਛੱਡ ਦਈਏ, ਨਵੀਂ 'ਚ ਜਾਈਏ। ਅਤੇ ਫਿਰ ਰਿਵਾਜ ਦੇ ਮੁਤਾਬਕ ਆਪਣੇ ਜਿਹੜੇ ਨੇੜੇ ਦੇ ਬੰਦੇ ਆ ਉਹਨਾਂ ਨੂੰ ਇਕੱਠੇ ਕਰ ਲੈਂਦਾ। ਉਹਨਾਂ ਤੋਂ ਤਾਂ ਮੋਹਰੇ ਲਵਾਉਣੀ ਹੁੰਦੀ ਆ, ਅਤੇ ਉਹਨਾਂ ਨੂੰ ਕਹਿ ਦਿੰਦਾ ਵੀ ਹੁਣ ਇਹ ਪਾਰਟੀ ਆ ਜਿਹੜੀ ਇਹਦੇ ਚਾਂਸ ਜਿੱਤਣ ਦੇ ਹੈ ਨਹੀਂ, ਹੁਣ ਆਪਾਂ ਦਲ ਬਦਲ ਲਈਏ। ਅਤੇ ਉਹ ਕਹਿੰਦੇ ਵੀ ਹਾਂਜੀ ਸੁਣਿਆ ਤਾਂ ਇਹੀ ਹੈ ਵੀ ਬੇਵ ਹੈ ਜਿਹੜੀ ਐਤਕੀ ਦੂਜੀ ਫਲਾਣੀ ਪਾਰਟੀ ਦੇ ਹੱਕ 'ਚ ਚੱਲਦੀ ਆ, ਆਪਾਂ ਨੂੰ ਇਹ ਕੰਮ ਕਰੇ ਦੇਣਾ ਚਾਹੀਦਾ। ਫਿਰ ਪ੍ਰੈਸ ਵਾਲਿਆਂ ਨੂੰ ਸੱਦਦਾ, ਦੇਖੋ ਕਿੰਨਾ ਦੱਬੀ, ਪਖੰਡੀ, ਝੂਠਾ, ਫਰੇਬੀ ਡਰਾਮਾ ਇੰਨਾ ਵਧੀਆ ਕਰਦਾ, ਖੂਬਸੂਰਤ ਡਰਾਮਾ ਕਰਦਾ, ਅਤੇ ਪ੍ਰੈਸ ਵਾਲੇ ਕੈਮਰੇ ਲਾ ਕੇ ਮੂਹਰੇ ਖੜ੍ਹ ਜਾਂਦੇ ਨੇ। ਅਤੇ ਉਹ ਪੁੱਛਦੇ ਆ ਵੀ ਜੀ ਤੁਸੀਂ ਬੜੀ ਸੇਵਾ ਕੀਤੀ ਹੈ ਇਸ ਪਾਰਟੀ ਦੀ, ਅਤੇ ਉਹ ਕਹਿੰਦਾ ਮੇਰਾ ਮੁੱਲ ਨਹੀਂ ਪਾਇਆ, ਮੈਂ ਬੜੀ ਸੇਵਾ ਕੀਤੀ ਹੈ, ਮੇਰਾ ਇਹਨਾਂ ਨੇ ਮੁੱਲ ਨਹੀਂ ਪਾਇਆ, ਮੇਰਾ ਹੋਰ ਮਾਣ ਸਤਿਕਾਰ ਬਣਦਾ ਸੀ, ਇਹਨਾਂ ਨੇ ਦਿੱਤਾ ਨਹੀਂ, ਅਤੇ ਮੈਂ ਫੈਸਲਾ ਕਰ ਲਿਆ ਵੀ ਹੁਣ ਮੈਂ ਪਾਰਟੀ 'ਚ ਰਹਿਣਾ ਨਹੀਂ। ਅਤੇ ਆਹ ਨਵੀਂ ਪਾਰਟੀ ਹੈ ਜਿਹੜੀ, ਇਹ ਬੜੀ ਵਿਗਿਆਨਕ ਪਾਰਟੀ ਹੈ, ਲੋਕਾਂ ਦਾ ਭਲਾ ਕਰੂਗੀ, ਅਤੇ ਮੇਰੇ ਜਿਹੜੇ ਕੰਮ ਕਰਨ ਵਾਲੇ ਆ, ਮੇਰੇ ਮਿੱਤਰ ਪਿਆਰੇ ਆ, ਸਾਰੇ ਇਲਾਕੇ ਦੇ ਪਤਵੰਤੇ ਆ, ਇਹਨਾਂ ਨੇ ਮੈਨੂੰ ਹੁਕਮ ਕੀਤਾ, ਆਰਡਰ ਕੀਤਾ, ਅਤੇ ਮੈਂ ਤਾਂ ਇਹਨਾਂ ਤੋਂ ਬਿਨਾਂ ਕੱਖ ਦਾ ਨਹੀਂ। ਅਤੇ ਮੈਂ ਫਿਰ ਫੈਸਲਾ ਕਰ ਲਿਆ ਵੀ ਹੁਣ ਜਿਹੜਾ ਇਹਨਾਂ ਨੇ ਮੈਨੂੰ ਹੁਕਮ ਬਖਸ਼ਿਆ ਮੈਂ ਉਹ ਨਿਭਾਊਂਗਾ, ਅਤੇ ਮੈਂ ਪਾਰਟੀ ਬਦਲ ਰਿਹਾ। ਸੋ ਸੱਜਣ ਦੇ ਕਰਿੰਦੇ, ਸਾਰੀਆਂ ਬੀਬੀਆਂ, ਸਾਰੇ ਮੈਨੇਜਰ ਜਿਹੜੇ ਲੋਕਾਂ ਨੂੰ ਫੜ ਫੜ ਕੇ ਲਿਆਉਂਦੇ ਸੀ, ਕਿਉਂਕਿ ਉਹਨੇ ਗੁਰੂ ਨਾਨਕ ਦੀ ਪਾਰਟੀ ਜੁਆਇਨ ਕਰ ਲਈ, ਐਲਾਨ ਹੀ ਕਰਨਾ ਸੀ ਉਹਨਾਂ ਦੇ ਕੋਲ ਬਾਹਰ ਨਿਕਲ ਕੇ। ਪਰ ਜਿਹੜੇ ਤਕੜੇ ਸੇਵਕ ਹੁੰਦੇ ਆ, ਨਾਲ ਰਹਿੰਦੇ, ਉਹ ਪਹਿਲੇ ਭਾਪ ਜਾਂਦੇ ਆ, ਅਤੇ ਉਹ ਸਾਰਿਆਂ ਨੇ ਗੁਰੂ ਨਾਨਕ ਸਾਹਿਬ ਦੇ ਚਰਨ ਫੜ ਲਏ, ਅਤੇ ਕਹਿੰਦੇ ਜਿੱਥੇ ਸਾਡਾ ਨੇਤਾ ਜਾਊ ਅਤੇ ਅਸੀਂ ਜਾਵਾਂਗੇ। ਪਾਰਟੀ ਬਦਲ ਲਈ ਅੱਜ ਦੇ ਜ਼ਮਾਨੇ ਵਾਂਗੂ, ਇੱਕ ਝੂਠ ਦੀ ਪਾਰਟੀ ਛੱਡ ਕੇ, ਡਾਕਿਆਂ ਚੋਰੀਆਂ ਦੀ ਪਾਰਟੀ ਛੱਡ ਕੇ ਗੁਰੂ ਨਾਨਕ ਦੀ ਸੱਚੀ ਪਾਰਟੀ ਜੁਆਇਨ ਕਰ ਲਈ। ਦੈਟਸ ਵੀ ਨੀਡ। ਗੁਰੂ ਪਿਆਰਿਓ, ਅਸੀਂ ਮੱਥਾ ਵੀ ਟੇਕਦੇ ਹਾਂ, ਅਸੀਂ ਨੱਕ ਵੀ ਰਗੜਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬੈਠ ਕੇ ਅਸੀਂ ਸਾਰੀਆਂ ਭੁੱਲਾਂ ਵੀ ਬਖਸ਼ਾਉਂਦੇ ਹਾਂ। ਪਰ ਇੱਕ ਗੱਲ ਅਸੀਂ ਭੁੱਲ ਜਾਂਦੇ ਹਾਂ, ਹਮੇਸ਼ਾ ਹੀ ਭੁੱਲਦੇ ਹਾਂ, ਅਸੀਂ ਆਪਣੇ ਆਪ ਨੂੰ ਚਲਾਕੀ ਨਾਲ ਬਚਾ ਜਾਂਦੇ ਹਾਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੰਪਲੀਟ ਸਰੈਂਡਰ, ਜਿਵੇਂ ਸੱਜਣ ਨੇ ਕੀਤਾ। ਸੱਜਣ ਡਿਡ ਨਾਟ ਸੇਵ ਹਿਮਸੈਲਫ, ਉਹਨੇ ਡੋਲਤਾ ਸਾਰਾ ਹੰਕਾਰ। ਜਿਹੜੀ ਮੈਂ ਟੋਟਲ ਮੈਂ ਆਲ ਆਈਨੈਸ ਬੁਈਨੈਸ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਡੋਲਤੀ, ਅਤੇ ਆਪਣੇ ਆਪ ਨੂੰ ਖਤਮ ਕਰਤਾ। ਇੱਕ ਨਵਾਂ ਸੱਜਣ ਪੈਦਾ ਹੋਇਆ। ਦੈਟਸ ਵੀ ਹੈਵ ਦਾ ਪ੍ਰੋਬਲਮ ਹੀਅਰ। ਅਸੀਂ ਸਾਰਾ ਕੁਛ ਕਰਦੇ ਹਾਂ, ਆਲਵੇਜ਼ ਮੱਥਾ ਟੇਕਦੇ ਹਾਂ, ਨੱਕ ਰਗੜਦੇ ਹਾਂ, ਅਤੇ ਪਰ ਅਸੀਂ ਕਹਿੰਦੇ ਹਾਂ ਵੀ ਸੱਚੇ ਪਾਤਸ਼ਾਹ ਤੁਸੀਂ ਇੱਥੇ, ਅਸੀਂ ਤੁਹਾਡੀ ਪੂਜਾ ਕਰਾਂਗੇ, ਅਸੀਂ ਤੁਹਾਡੀ ਸੇਵਾ ਵੀ ਕਰਾਂਗੇ, ਜਿਹੜੀ ਜਵਾਨ ਕਰਦੇ ਆ ਉਹ ਤੁਹਾਨੂੰ ਲਿਆ ਕੇ ਵੀ ਦੇਵਾਂਗੇ,
ਪਰ ਤੁਸੀਂ ਇੱਥੇ ਹੀ ਰਹੋ, ਸਾਨੂੰ ਸਾਡਾ ਕੰਮ ਕਰਨ ਦਿਓ। ਵੀ ਸੇਵ ਆਵਰਸੈਲਫ। ਜੇ ਅਸੀਂ ਕੰਪਲੀਟ ਸਰੈਂਡਰ ਕਰ ਦਈਏ ਤਾਂ ਸਾਡੀ ਮੈਂ ਹੈ ਜਿਹੜੀ ਜੇ ਹੈ, ਪਤਾ ਨਹੀਂ ਹੈਗਾ, ਪਤਾ ਨਹੀਂ ਜਦ ਮੌਤ ਆਊਗੀ ਦੇਖਿਆ ਜਾਊ, ਕਰ ਲਾਂਗੇ, ਬਥੇਰਾ ਟਾਈਮ ਰਹਿੰਦਾ। ਦੈਟ ਵਿਲ ਬੀ ਵਾਸ਼ਡ ਅਵੇ। ਗੁਰੂ ਗ੍ਰੰਥ ਸਾਹਿਬ ਇਜ਼ ਲਿਵਿੰਗ ਗੁਰੂ।